कि जिन्हें तो ਲੱਖ ਦਾ ਲੋਨ ਲਿਆ 5 ਲੱਖ ਦਾ ਲਿਆ 2 ਲੱਖ ਦਾ ਲਿਆ ਉਹ ਤੋਂ ਡਿਫਾਲਟਰ ਘੋਸ਼ਿਤ ਕਰਤਾ ਉਹਦਾ ਸਿਬਲ ਖਰਾਬ ਹੋ ਗਿਆ ਉਹਦੀਆਂ ਫੋਟੋਆਂ ਲਾਤੀਆਂ ਉਹਦਾ ਮਨਾਦੀ ਕਰਾਤੀਆਂ ਤੇ ਤੁਸੀਂ ਚੁੱਪਚਾਪ 62000 ਕਰੋੜ ਮਾਫ ਕਰ ਦਿੰਦੇ ਹੋ ਆਮ ਲੋਕਾਂ ਦੀ ਲਿਸਟ 'ਚ ਕਿਉਂ ਨਹੀਂ ਆਉਂਦੀ ਜਿਹੜੀ ਰਾਹਤ ਹੈ ਦੇਖੋ ਸਰਮਾਏਦਾਰ ਲੋਕ ਨੇ ਇਹਨਾਂ ਸਰਕਾਰਾਂ ਤੱਕ ਪਹੁੰਚ ਨਹੀਂ ਆਮ ਲੋਕ ਤਾਂ ਇੱਥੇ ਮਰਨ ਲਈ ਜੰਮੇ ਮੈਨੂੰ ਤਾਂ ਇਹੀ ਲੱਗਦਾ ਪਿਆ ਆਮ ਲੋਕ ਦੀ ਸੁਣਵਾਈ ਕਿਉਂ ਸਰਕਾਰ ਕਰੂਗੀ ਉਹਨਾਂ ਕਿਹੜਾ ਪਹੁੰਚ ਉਹਨਾਂ ਤੱਕ ਨਹੀਂ ਨਾ ਤਾਂ ਕਿਸੇ ਸਰਕਾਰ ਨੇ ਵੈਟ ਘਟਾਇਆ ਉਲਟਾ ਵਧਾਇਆ ਹੈ ਪੈਟਰੋਲ ਡੀਜ਼ਲ ਦੀ ਕੀਮਤ ਕਿਸੇ ਨੇ ਨਹੀਂ ਘਟਾਈ ਹੁਣ ਤੁਸੀਂ ਪੈਟਰੋਲ ਡੀਜ਼ਲ ਦੇ ਐਕਸਾਈਜ਼ ਡਿਊਟੀ ਘਟਾਈ ਨਹੀਂ ਵਧਾਈ ਹੈ ਐਕਸਾਈਜ਼ ਡਿਊਟੀ ਵਧਾਈ ਨਾ ਕੇਂਦਰ ਸਰਕਾਰ ਨੇ ਉਸ ਤੋਂ ਬਾਅਦ ਹੁਣ ਇੱਕ ਸਪੈਸ਼ਲ ਐਕਸਾਈਜ਼ ਡਿਊਟੀ ਵਧਾਤੀ 1 ਲੱਖ ਕਰੋੜ ਦੀ ਇਨਕਮ ਸਰਕਾਰ ਨੂੰ ਹੋਣੀ ਹੈ ਜਿਹੜਾ ਲੋਕਾਂ ਦਾ ਹੱਕ ਬਣਦਾ ਸੀਗਾ ਡੀਜ਼ਲ ਪੈਟਰੋਲ ਦੇ ਰੇਟ ਘਟਣੇ ਚਾਹੀਦੇ ਸੀਗੇ 1 ਲੱਖ ਕਰੋੜ ਵੀ ਆਪਣਾ ਸਰਕਾਰ ਨੇ ਇਕੱਠਾ ਕਰ ਲਿਆ ਉਹ 'ਚੋਂ ਕੁਝ ਦੇ ਦਿਓ ਤੁਸੀਂ ਇੱਕ ਪਾਸੇ ਤਾਂ ਨੌਕਰੀਆਂ ਜਾ ਰਹੀਆਂ ਲੋਕਾਂ ਦੀਆਂ ਅਨਐਮਪਲੋਇਮੈਂਟ ਹੋ ਰਹੀ ਹੈ ਦੂਜੇ ਪਾਸੇ ਜਿਹੜਾ ਹੁਣ ਇਹ 6 ਮਹੀਨੇ ਵਾਲਾ ਵਿਆਜ ਹੈ ਜਦੋਂ ਹੁਣ ਆ ਸਿਸਟਮ ਠੀਕ ਹੋਣਾ 31 ਅਗਸਤ ਤੱਕ ਦੀ ਡੇਟ ਚਲੋ ਦੇ ਦਿਓ ਉਹ ਤੋਂ ਬਾਅਦ ਫੇਰ ਕਿਸ਼ਤਾਂ ਸ਼ੁਰੂ ਹੋਣੀਆਂ ਉਹ ਐਡਾ ਵੱਡਾ ਵਿਆਜ ਭਰਨਾ ਕਿਸ਼ਤ ਤਾਂ ਮਸੋ ਭਰ ਹੁੰਦੀ ਸੀ ਲੋਕਾਂ ਤੋਂ ਪਰਚੇਜ਼ਿੰਗ ਪਾਵਰ ਲੋਕਾਂ ਦੀ ਘਟ ਗਈ ਕਮਾਈ ਦੇ ਸਾਧਨ ਘਟ ਗਏ ਉੱਪਰੋਂ ਕੋਈ ਰਾਹਤ ਕਾਹਦੀ ਰਾਹਤ ਹੈ ਇਹ ਕੋਈ ਵੀ ਸਰਕਾਰਾਂ ਝੂਠ ਬੋਲਦੇ ਨੇ ਰੇਲ ਪਟਰੀਆਂ ਦੀ ਗੱਲ ਹੁੰਦੀ ਹੈ ਵੀ ਇੰਨੇ ਟ੍ਰੇਨਾਂ ਚਲਾ ਦਾਂਗੇ ਬੁਲਟ ਟ੍ਰੇਨ ਚਲਾ ਦਾਂਗੇ ਫਲਾਣਾ ਚਲਾ ਦਾਂਗੇ ਸੜਕਾਂ ਬਣ ਜਾਣਗੀਆਂ ਕਿ ਇੱਥੋਂ ਲੈ ਕੇ ਦਿੱਲੀ ਤੱਕ 6 ਟੋਲ ਟੈਕਸ ਨੇ ਤੁਸੀਂ ਕਾਰਾਂ ਉੱਪਰ ਟੈਕਸ ਦਿੰਦੇ ਹੋ ਮੋਟਰਸਾਈਕਲ ਖਰੀਦਦੇ ਹੋ ਤੁਸੀਂ ਸਪੈਸ਼ਲ ਰੋਡ ਟੈਕਸ ਦਿੰਦੇ ਹੋ ਸਪੈਸ਼ਲ ਰੋਡ ਟੈਕਸ ਦਿੰਦੇ ਹੋ ਤੁਸੀਂ ਤੁਹਾਡੇ ਉੱਪਰ ਲੱਗਦਾ ਉਹ ਕਿਸ ਚੀਜ਼ ਦਾ ਟੈਕਸ ਲੈ ਰਹੇ ਹੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਣਬੀਰ ਸਿੰਘ ਰਾਣਾ ਕਰੋਨਾ ਵਾਇਰਸ ਦੇ ਕਾਰਨ ਲੋਕਾਂ ਦੇ ਕੰਮਕਾਰ ਠੱਪ ਹੋਏ ਪਏ ਨੇ ਜਿਹੜਾ ਆਮ ਸਰਕਲ ਦੇ ਵਿੱਚੋਂ ਕੈਸ਼ ਹੈ ਉਹ ਪੂਰੀ ਤਰ੍ਹਾਂ ਘਟਦਾ ਜਾ ਰਿਹਾ ਹੈ ਇੰਪਲੋਇਮੈਂਟ ਘਟਦੀ ਜਾ ਰਹੀ ਹੈ ਲੋਕ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਨੇ ਬੈਂਕਾਂ ਦੇ ਵੱਲੋਂ ਕਿਸ਼ਤਾਂ ਲਈਆਂ ਜਾ ਰਹੀਆਂ ਨੇ ਜੇ ਕਿਸ਼ਤਾਂ ਡਿਲੇ ਵੀ ਹੋਈਆਂ ਨੇ ਤਾਂ ਉਹਨਾਂ ਦਾ ਇੰਟਰਸਟ ਦੇਣਾ ਪੈਣਾ ਹੈ ਦੂਜੇ ਪਾਸੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਨੂੰ ਲਗਾਤਾਰ ਸਰਕਾਰਾਂ ਫਾਇਦਾ ਦੇ ਰਹੀਆਂ ਨੇ ਇਸੇ ਤੇ ਗੱਲਬਾਤ ਕਰਾਂਗੇ ਕਿ ਜਿਹੜਾ ਆਮ ਇੱਕ ਨਾਗਰਿਕ ਹੈ ਜਿਹੜਾ ਛੋਟਾ ਵਪਾਰੀ ਹੈ ਛੋਟਾ ਦੁਕਾਨਦਾਰ ਹੈ ਕੰਮਕਾਰ ਕਰਦਾ ਹੈ ਉਸ ਨੂੰ ਸਰਕਾਰਾਂ ਰਾਹਤ ਕਿਉਂ ਨਹੀਂ ਦੇ ਰਹੀਆਂ ਹੈਗੀਆਂ ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਚੀਫ ਐਡੀਟਰ ਰਾਜਦੀਪ ਬੈਨੀਪਾਲ ਮੌਜੂਦ ਨੇ ਬੈਨੀਪਾਲ ਸਾਹਿਬ ਸਵਾਲ ਉਹੀ ਹੈ ਖੁਦਕੁਸ਼ੀਆਂ ਸਾਡੇ ਕੋਲੇ ਕੱਲ ਦੀ ਫਿਗਰ ਜਿਹੜੀ ਹੈ ਉਹ 5 ਖੁਦਕੁਸ਼ੀਆਂ ਦੀ ਹੈ ਤੇ ਉਹ ਸਾਰੇ ਇਸੇ ਕਰਕੇ ਕਿ ਆਰਥਿਕ ਤੰਗੀ ਤੋਂ ਅਸੀਂ ਪਰੇਸ਼ਾਨ ਹੈ ਸਾਡੇ ਕੋਲੇ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਹਰ ਰੋਜ਼ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਸਕੂਲਾਂ ਵਾਲੇ ਅਧਿਆਪਕ ਕਹਿ ਰਹੇ ਨੇ ਪ੍ਰਾਈਵੇਟ ਸਕੂਲਾਂ ਵਾਲੇ ਕਿ ਸਾਨੂੰ ਨੌਕਰੀ ਤੋਂ ਕੱਢਤਾ ਕੁਝ ਕਹਿ ਰਹੇ ਨੇ ਤਨਖਾਹਾਂ ਨਹੀਂ ਮਿਲ ਰਹੀਆਂ ਬਹੁਤ ਇਸ ਤਰ੍ਹਾਂ ਦੀਆਂ ਖਬਰਾਂ ਹੀ ਆ ਰਹੀਆਂ ਨੇ ਹਰ ਪਾਸਿਓਂ ਰਮਡੀ ਇਸ ਤਰ੍ਹਾਂ ਹੈ ਜਿਹੜਾ ਮੱਧਮ ਵਰਗ ਹੈ ਨਾ ਉਹ ਬੜਾ ਕਸੂਤਾ ਫਸ ਗਿਆ ਹੈਗਾ ਮੱਧਮ ਵਰਗ ਜਾਂ ਉਸ ਤੋਂ ਨੀਚੇ ਵਾਲਾ ਵਰਗ ਜਿਹਨੂੰ BPL ਵਰਗ ਕਹਿੰਦੇ ਆ ਉਹਦੇ ਹਾਲਾਤ ਬੜੇ ਬੱਤਰ ਹੋਏ ਨੇ ਅੱਜ ਜੋ ਸਾਰੀ ਘਟਨਾਕ੍ਰਮ ਹੋਇਆ ਕਰੋਨਾ ਵਾਇਰਸ ਵਾਲਾ ਕੰਮ ਹੋਇਆ ਹੁਣ ਰੌਲਾ ਇਹ ਪੈ ਰਿਹਾ ਕਿ ਲੋਕਾਂ ਦੀ ਕਿਸ਼ਤਾਂ ਦਾ ਉਹ ਬੈਂਕ ਨੇ ਮਤਲਬ ਹੁਣ 3 ਮਹੀਨੇ ਅੱਗੇ ਕਿਸ਼ਤਾਂ ਹੋਰ ਡਿਲੇ ਕਰਨ ਨੂੰ ਕਹਿ ਦਿੱਤਾ ਗਿਆ ਤੇ 31 ਮਤਲਬ ਅਗਸਤ ਤੱਕ ਤੁਸੀਂ ਸਾਰੀਆਂ ਕਿਸ਼ਤਾਂ ਦੇ ਸਕਦੇ ਹੈਗੇ 3 ਮਹੀਨੇ ਟਾਈਮ ਪਹਿਲਾਂ 3 ਮਹੀਨੇ ਸਰਕਾਰ ਨੇ ਦਿੱਤਾ 3 ਮਹੀਨੇ ਡਿਲੇ ਦਾ ਟਾਈਮ ਹੋ ਦਿੱਤਾ ਗੱਲ ਇਹ ਹੈ ਵੀ ਤੁਸੀਂ ਦੇਖੋ ਡਿਲੇ ਕਰਤਾ ਡਿਲੇ 'ਚ ਇੰਟਰਸਟ ਤੁਸੀਂ ਦੇਣਾ ਹੈਗਾ ਜੀ ਇੰਟਰਸਟ ਤੁਸੀਂ 6 ਮਹੀਨੇ ਦਾ ਹੀ ਦੇਣਾ ਹੈਗਾ ਜੇ ਹਾਊਸਿੰਗ ਲੋਨ ਆ ਤੁਹਾਡਾ ਤਾਂ ਤੁਸੀਂ ਆਪਣੀ ਚਾਹੇ 6 ਕਿਸ਼ਤਾਂ ਅੱਗੇ ਵਧਵਾ ਲਓ ਲੰਬੀਆਂ ਕਰਾ ਲਓ ਜਾਂ ਇੱਕ ਅਲੱਗ ਤੋਂ ਟਰਮ ਲੋਨ ਕਰਾ ਲਓ ਜਿਹਨੂੰ ਤੁਸੀਂ ਤੁਹਾਡੀ 1 ਸਤੰਬਰ ਤੋਂ ਕਿਸ਼ਤ ਸਟਾਰਟ ਹੋ ਜਾਏਗੀ ਉਹਦੀ ਕਿਸ਼ਤ ਪੈਰਲਲ ਬਰਾਬਰ ਜਾਂਦੀ ਰਹੇਗੀ ਮਤਲਬ 2 ਕਿਸ਼ਤਾਂ ਇਕੱਠੀਆਂ ਹੋ ਜਾਣਗੀਆਂ ਤੇ ਇੱਕ ਸਰਕਾਰ ਨੇ ਕਿਹਾ ਵੀ ਫਰਵਰੀ ਆਪਣੇ 2020 ਤੱਕ ਜਿੰਨੀ ਤੁਹਾਡੀ ਲਿਮਿਟ ਯੂਜ਼ ਕੀਤੀ ਗਈ ਸੀ ਮੰਨ ਲਓ ਤੁਹਾਡੀ 20 ਕਰੋੜ ਦੀ ਲਿਮਿਟ ਆ ਤੁਹਾਡੀ ਜਿੰਨੀ ਸੀ ਯੂਜ਼ ਕੀਤੀ ਗਈ ਸੀਗੀ ਉਹਦਾ 60% ਤੁਹਾਨੂੰ ਇਮੀਡੀਏਟਲੀ ਲੋਨ ਮਿਲ ਜਾਊਗਾ ਇਸ ਨੂੰ ਰਾਹਤ ਸਰਕਾਰ ਦੇਊਗੀ ਹੁਣ ਮੁੱਦਾ ਇਹ ਆਇਆ ਵੀ ਦੇਖੋ ਤੁਸੀਂ ਇੱਕ ਪਾਸੇ ਤੁਸੀਂ 62000 ਕਰੋੜ ਦੇ ਲੋਨ NPA ਹੋਏ ਨੇ ਪਿਛਲੇ ਸਾਲ 2019 ਦੇ ਵਿੱਚ ਤੁਸੀਂ ਐਡੀ ਵੱਡੀ ਰਾਹਤ ਦਿੱਤੀ ਹੈ ਗੱਲ ਹੁਣ ਲੋਕਾਂ ਨੂੰ ਆਮ ਲੋਕ ਨੂੰ ਰਾਹਤ ਕੀ ਦਿੱਤੀ ਸਰਕਾਰ ਕੋਲ ਆਪਣਾ ਕੋਈ ਪੈਸਾ ਤਾਂ ਹੈ ਨਹੀਂਗਾ ਦੇਖੋ ਆ ਬੈਂਕ ਦਾ ਕੀ ਕੰਮ ਹੁੰਦਾ ਥੋੜ੍ਹੇ ਤੋਂ ਪੈਸਾ ਲਿਆ ਠੀਕ ਹੈ ਤੁਹਾਨੂੰ ਤੁਸੀਂ ਜਮ੍ਹਾਂ ਕਰਾਇਆ ਥੋੜ੍ਹੇ ਤੋਂ ਪੈਸਾ ਲਿਆ ਅੱਗੇ ਮੈਨੂੰ ਪੈਸਾ ਦੇ ਦਿੱਤਾ ਬੈਂਕ ਦਾ ਇੱਕ ਮੀਡੀਏਟਰ ਹੈ ਜਿਹਨੇ ਵਿਆਜ ਦੀ ਇਨਕਮ ਖਾਣੀ ਹੈਗੀ ਬਿਲਕੁਲ ਜੇ ਅਸੀਂ ਉਹਨੂੰ ਕਹੀਏ ਤੂੰ ਇੰਟਰਸਟ ਵਿਆਜ ਛੱਡ ਦੇ ਜਾਂ ਇੰਟਰਸਟ ਛੱਡ ਦੇ ਕਹਿੰਦਾ ਧੰਦਾ ਹੀ ਇੰਟਰਸਟ ਦਾ ਹੈਗਾ ਉਹਦੇ ਲਈ ਤਾਂ ਮੁਸ਼ਕਿਲ ਆ ਇਹ ਤਾਂ ਸਰਕਾਰ ਨੂੰ ਕੋਈ ਰਾਹਤ ਪੈਕੇਜ ਦੇਣਾ ਚਾਹੀਦਾ ਸੀਗਾ ਉਹਦੇ 'ਚ ਇੱਕ ਪਾਲਿਸੀ ਬਣਦੀ ਠੀਕ ਹੈ ਸਰਕਾਰ ਐਡੀ ਵੱਡੀ ਜਨਸੰਖਿਆ ਨੂੰ ਨਹੀਂ ਦੇ ਸਕਦੀ ਹੈਗੀ ਜੇ ਤੁਸੀਂ 62000 ਕਰੋੜ ਦਾ NPA ਮਾਫ ਕਰ ਸਕਦੇ ਹੋ ਬਿਲਕੁਲ ਤੇ ਆਮ ਲੋਕਾਂ ਨੂੰ ਰਾਹਤ ਕਿਉਂ ਦੇ ਸਕਦੇ ਜਿਹੜਾ 62000 ਕਰੋੜ ਬਹੁਤ ਵੱਡੀ ਰਕਮ ਹੈ ਜਦੋਂ ਜ਼ੀਰੋਆਂ ਲਾਉਂਦੇ ਉਦੋਂ ਪਤਾ ਲੱਗਦਾ 62000 ਕਰੋੜ ਇਹ ਮਾਫ ਕਿਹਨਾਂ ਦਾ ਕੀਤਾ ਗਿਆ ਵੱਡੇ ਕਾਰਪੋਰੇਟ ਘਰਾਣੇ ਵੱਡੇ ਕਾਰਪੋਰੇਟ ਜਿਹੜੇ ਸੀਗੇ ਕਾਰਪੋਰੇਟ ਸੀਗੇ ਉਹਨਾਂ ਦੇ ਜਿਹੜੇ ਲੋਨਸ ਡਿਫਾਲਟਰ ਹੋਏ NPA ਹੋਏ ਸਰਕਾਰ ਨੇ ਉਹਨਾਂ ਨੂੰ ਇਹ ਲੋਨ ਮਾਫ ਕਰ ਦਿੱਤਾ ਪਿਛਲੇ ਸਾਲ 2019 ਵਿੱਚ ਸਰਕਾਰ ਨੇ ਮਾਫ ਕੀਤਾ ਗੱਲ ਇਹ ਵੀ ਹੁਣ ਸਾਡੇ ਜਿਹੜੇ ਆਮ ਮੱਧਮ ਵਰਗ ਆ ਉਸ ਤੋਂ ਨੀਚੇ ਦਾ ਵਰਗ ਆ ਜਿਹਦੀ 25000 ਤਨਖਾਹ ਹੈ 20000 ਤਨਖਾਹ ਹੈ ਠੀਕ ਹੈ ਉਹਦੀ 5000 ਹਾਊਸਿੰਗ ਲੋਨ ਦੀ ਕਿਸ਼ਤ ਜਾ ਰਹੀ ਸੀ 3000 ਮੋਟਰਸਾਈਕਲ ਦੀ ਕਿਸ਼ਤ ਜਾ ਰਹੀ ਸੀਗੀ ਉਹ ਤੇ ਆਰਥਿਕ ਕੋਈ ਬੱਚਿਆਂ ਦੀ ਫੀਸਾਂ ਦਾ ਵੀ ਹੁਣ ਪਾਤਾ ਠੀਕ ਹੈ ਸਰਕਾਰ ਨੇ ਉਹ 'ਚ ਵੀ ਕੋਈ ਰਾਹਤ ਨਹੀਂ ਮਿਲੀ ਹੈਗੀ ਤੇ ਉਹਦਾ ਤਾਂ ਉਹਨਾਂ ਹੀ ਦਾਇਰਾ ਸੀ ਘਰ 'ਚ ਕੋਈ ਬਿਮਾਰ ਵੀ 2-4 ਹਜ਼ਾਰ ਮਹੀਨੇ ਦੀ ਬਿਮਾਰੀ ਦੇ ਪੈਸਾ ਲੱਗ ਰਿਹਾ ਪੇਰੈਂਟਸ ਦਾ ਕੋਈ ਹੋਰ ਬੱਚਾ ਕੋਈ ਹੋਰ ਆ ਬੰਦਾ ਆਪ ਬਿਮਾਰ ਰਹਿੰਦਾ ਅੱਜ ਕੱਲ੍ਹ ਤਾਂ ਤੇ ਉਹ 'ਚ ਆਮ ਲੋਕਾਂ ਨੂੰ ਰਾਹਤ ਕੀ ਮਿਲੀ ਹੁਣ ਤੁਸੀਂ ਇੰਟਰਸਟ ਦੀ ਗੱਲ ਆਪਾਂ ਕਰਦੇ ਹੈਗੇ ਆ ਸਰਕਾਰ ਨੂੰ ਇੱਕ ਨੀਤੀ ਬਣਾਉਣੀ ਚਾਹੀਦੀ ਸੀ
ਜਿਹਦਾ 10 ਲੱਖ ਤਾਂ ਹਾਊਸ ਲੋਨ ਆ ਜੀ। ਤਾਂ ਜੇ ਛੋਟੇ ਜਿਹਦੇ ਕਿਸ਼ਤਾਂ ਨੇ, ਕਿਸੇ ਦਾ ਮੋਟਰਸਾਈਕਲ ਲਿਆ ਹੈ, ਕਿਸੇ ਜਿਹੜੇ ਟੈਕਸੀਆਂ ਚਲਾਉਂਦੇ ਨੇ, ਕਮਰਸ਼ੀਅਲ ਵਹੀਕਲ ਨੇ, ਜਿਹਨਾਂ ਕੋਲ ਇੱਕ ਟਰੱਕ ਆ ਜਾਂ 2 ਟਰੱਕ ਨੇ, ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਹੈਗੇ ਆ, ਇਹਨਾਂ ਨੂੰ ਸਰਕਾਰ ਨੂੰ ਰਾਹਤ ਜ਼ਰੂਰ ਦੇਣੀ ਤੁਹਾਨੂੰ ਚਾਹੀਦੀ ਲੱਗਦਾ ਹੈ। ਕਿ ਘੱਟੋ ਘੱਟ ਵੈਸੇ ਤਾਂ ਕਿਸ਼ਤਾਂ ਮਾਫ ਹੋਣੀਆਂ ਚਾਹੀਦੀਆਂ ਸੀ, ਕੁਛ ਨਾ ਕੁਛ ਰਾਹਤ, ਜਿਵੇਂ ਅਸੀਂ ਇਹ ਦੇਖਦੇ ਹਾਂ ਰਾਜਦੀਪ ਜੀ ਬਹੁਤ ਵਾਰ ਕਿ ਜਿਹਨੇ ਤਾਂ ਲੱਖ ਦਾ ਲੋਨ ਲਿਆ, 5 ਲੱਖ ਦਾ ਲਿਆ, 2 ਲੱਖ ਦਾ ਲਿਆ, ਉਹ ਤੋਂ ਡਿਫਾਲਟਰ ਘੋਸ਼ਿਤ ਕਰਤਾ, ਉਹਦਾ ਸਿਬਲ ਖਰਾਬ ਹੋ ਗਿਆ, ਉਹਦੀਆਂ ਫੋਟੋਆਂ ਲਾਤੀਆਂ, ਉਹਦਾ ਬੁਨਿਆਦੀ ਕਰਾਤੀਆਂ, ਤੇ ਤੁਸੀਂ ਚੁੱਪਚਾਪ 62,000 ਕਰੋੜ ਮਾਫ ਕਰ ਦਿੰਦੇ ਹੋ। ਆਮ ਲੋਕਾਂ ਦੀ ਲਿਸਟ 'ਚ ਕਿਉਂ ਨਹੀਂ ਆਉਂਦੀ ਜਿਹੜੀ ਰਾਹਤ ਹੈ? ਦੇਖੋ, ਸਰਮਾਏਦਾਰ ਲੋਕ ਨੇ, ਇਹਨਾਂ ਸਰਕਾਰਾਂ ਤੱਕ ਪਹੁੰਚਣੇ। ਆਮ ਲੋਕ ਤਾਂ ਇੱਥੇ ਮਰਨ ਲਈ ਜੰਮੇ ਨੇ, ਮੈਨੂੰ ਤਾਂ ਇਹੀ ਲੱਗਦਾ ਪਿਆ ਜੀ। ਆਮ ਲੋਕ ਦੀ ਸੁਣਵਾਈ ਕਿਉਂ ਸਰਕਾਰ ਕਰੂਗੀ? ਉਹਨਾਂ ਕਿਹੜੇ ਪਹੁੰਚ ਉਹਨਾਂ ਤੱਕ ਨਹੀਂ, ਜਾਂ ਸਰਕਾਰ ਦੀ ਕਿਹੜਾ ਕੋਈ ਸਮਾਜਿਕ ਸੁਰੱਖਿਆ ਜ਼ਿੰਮੇਵਾਰੀ ਹੈ? ਨਾ ਅਸੀਂ ਸਰਕਾਰ ਨੂੰ ਪੁੱਛਦੇ ਹਾਂ। ਇੱਕ ਵੀਡੀਓ ਸਾਹਮਣੇ ਹਾਂ ਦੇਖੋ, ਤੁਸੀਂ ਬਿਹਾਰ ਦੀ ਵੀਡੀਓ ਦੇਖੋ, ਉਹ ਲੇਡੀ ਰੇਲਵੇ ਸਟੇਸ਼ਨ 'ਤੇ ਮਰੀ ਪਈ ਹੈ, ਬੱਚੇ ਉਹਨੂੰ ਉਠਾ ਰਹੇ ਨੇ, ਆਪਣੀ ਮਾਂ ਨੂੰ ਉਠਾ ਰਹੇ ਨੇ, ਉੱਠੋ। ਕਿਸ ਤਰ੍ਹਾਂ ਦੀ ਵੀਡੀਓ ਸਾਹਮਣੇ ਆ ਰਹੀਆਂ, ਰੋਜ਼ ਦੇਖਦੇ ਪਏ ਹਾਂ। ਆਮ ਲੋਕਾਂ ਦਾ ਆਰਥਿਕ ਹਾਲਾਤ ਕੀ ਨੇ ਤੇ ਤੁਹਾਡੇ ਸਾਹਮਣੇ ਹੈਗੇ। ਹੁਣ ਦੇਖੋ, ਤੁਸੀਂ ਇੱਕ ਪਾਸੇ ਹੁਣ ਪਿਛਲੇ ਸਾਲ ਦੇ ਵਿੱਚ ਰਿਜ਼ਰਵ ਬੈਂਕ ਤੋਂ ਇਹਨਾਂ ਨੇ ਰਿਜ਼ਰਵ ਫੰਡਸ ਲਏ, ਸਰਕਾਰ ਨੇ 1.5 ਲੱਖ ਕਰੋੜ ਰੁਪਏ ਸਰਕਾਰ ਨੇ ਲਿਆ। ਜਿੱਦਾਂ ਸਾਡਾ ਦੇਸ਼ ਆਜ਼ਾਦ ਹੋਇਆ, ਇਹ ਤੀਜੀ ਵਾਰ ਹੋਇਆ ਵੀ ਕਿਸੇ ਸਰਕਾਰ ਨੇ RBI ਤੋਂ ਰਿਜ਼ਰਵ ਫੰਡ ਲਿਆ, ਲੱਖ ਕਰੋੜ ਬਾਅਦ 'ਚ ਫੇਰ ਲਿਆ ਹੈਗਾ। ਮਤਲਬ ਸਰਕਾਰ ਦੇ ਅੰਦਰੂਨੀ ਹਾਲਾਤ ਇੰਨੇ ਜ਼ਿਆਦਾ ਖਰਾਬ ਨੇ। ਹੁਣ ਸਭ ਤੋਂ ਜਿਹੜੀ ਮਾੜੀ ਘਟਨਾ ਇਹ ਹੋਈ ਹੈ ਵੀ ਹੁਣ ਫਾਈਨੈਂਸ ਮਿਨਿਸਟਰ ਨੇ ਇਹ ਗੱਲ ਕਹਿਤੀ ਵੀ ਬੈਂਕ ਮੈਨੇਜਰਸ ਨੂੰ ਤੁਸੀਂ ਲੋਨ ਦਿਓ, ਗਰੰਟੀ ਸਰਕਾਰ ਦੀ ਹੈ, ਨਾ ਤੁਹਾਨੂੰ CWC ਪੁੱਛੂਗੀ, ਸੈਂਟਰਲ ਵਿਜੀਲੈਂਸ ਕਮਿਸ਼ਨ, ਨਾ ਤੁਹਾਨੂੰ CBI ਪੁੱਛੂਗੀ ਤੇ ਨਾ ਤੁਹਾਨੂੰ ਕੈਗ ਪੁੱਛੂਗੀ। ਕਿਹਨੂੰ ਦੇਣਾ ਤੁਸੀਂ ਹਾਂ, ਔਰ ਤੁਸੀਂ ਆਪਣੀ ਮਰਜ਼ੀ ਦੇ ਵੰਡ ਦਿਓ। ਤੁਸੀਂ ਸਰਕਾਰ ਦੇ ਦੇਖੋ, ਜੇ ਇਸ ਤਰ੍ਹਾਂ ਬੈਂਕਾਂ ਨੂੰ ਖੁੱਲ੍ਹ ਮਿਲ ਜਾਏਗੀ, ਪੈਸਾ ਸਰਕਾਰ ਦਾ ਥੋੜ੍ਹੀ ਹੈ ਵੀ ਸਰਕਾਰ ਨੇ ਕਹੀ ਆ ਚੱਕੋ 20 ਲੱਖ ਕਰੋੜ ਰੁਪਈਆ ਤੁਸੀਂ ਤੇ ਵੰਡ ਦਿਓ ਲੋਕਾਂ ਨੂੰ। ਇਹ ਤਾਂ ਤੁਹਾਡਾ ਜਮ੍ਹਾਂ ਕਰਾਇਆ ਪੈਸਾ, ਮੇਰਾ ਜਮ੍ਹਾਂ ਕਰਾਇਆ ਪੈਸਾ। ਬੈਂਕ ਦਾ ਜਿਹੜਾ ਰਿਜ਼ਰਵ ਫੰਡ ਸੀਗਾ, ਮੈਂ ਮਾਰਚ ਅਪ੍ਰੈਲ ਦੀ ਤੁਹਾਨੂੰ ਗੱਲ ਦੱਸਦਾ ਪਿਆ, 5.5 ਲੱਖ ਕਰੋੜ ਸੀਗਾ ਜੀ। ਜਿਹੜਾ ਰਿਜ਼ਰਵ ਫੰਡ ਸੀ RBI ਦੇ ਕੋਲ ਬੈਂਕਾਂ ਦਾ, ਉਹ 3.25 ਲੱਖ ਕਰੋੜ ਰੁਪਏ ਰਹਿ ਗਿਆ। ਇਹ ਤਾਂ ਬੈਂਕ ਕੋਲਾਪਸ ਹੋ ਜਾਣਗੇ ਪਿੱਛੇ ਜੇ। ਲੋਕੀ ਆਪਣਾ ਰਿਜ਼ਰਵ ਫੰਡ, ਲੋਕਾਂ ਨੇ ਪੈਸੇ ਕਢਾ ਲਿਆ ਆਪਣਾ ਬਾਹਰ। ਜੇ ਬੈਂਕਾਂ ਕੋਲ ਰਿਜ਼ਰਵ ਫੰਡ ਨਹੀਂ ਹੋਊਗਾ ਤਾਂ ਦੇਸ਼ ਦੀ ਮਤਲਬ ਇਕਨੋਮੀ ਕਿਵੇਂ ਚੱਲੂਗੀ ਜੀ? ਰਿਜ਼ਰਵ ਫੰਡ ਬੈਂਕਾਂ ਕੋਲ ਪੈਸਾ ਨਹੀਂ ਬਚਿਆ, ਲੋਕਾਂ ਨੇ ਕਢਾ ਲਿਆ ਆਪਣਾ। ਲੋਕਾਂ ਨੂੰ ਜ਼ਰੂਰਤ ਸੀ, ਲੋਕਾਂ ਨੇ ਕਢਾ ਲਿਆ। ਤੁਸੀਂ ਆਪ ਰਾਹਤ ਕੀ ਦਿੱਤੀ ਹੈ? ਮੇਰੀ ਕੁਐਸਚਨ ਦੀ ਗੱਲ ਤਾਂ ਇਹ, ਮੇਨ ਤਾਂ ਮੁੱਦੇ ਦੀ ਗੱਲ ਇਹ ਵੀ ਤੁਸੀਂ ਆਮ ਲੋਕਾਂ ਨੂੰ ਜਾਂ ਆਮ ਤੁਸੀਂ ਆਪਣੇ ਖਾਤੇ ਚੋਂ ਲੋਕਾਂ ਨੂੰ ਤੁਸੀਂ ਕੰਗਾਲ ਸੀਗੇ? ਫਿਰ ਤੁਸੀਂ ਐਡੇ 5 ਟ੍ਰਿਲੀਅਨ ਜਿਹੜੀ ਇਕਨੋਮੀ ਦੀ ਗੱਲ ਕਰਦੇ ਪਏ ਹੋ, ਤੇ ਉਹ ਤੁਸੀਂ ਕਿਉਂ ਕਰਦੇ ਪਏ ਹੋ? ਰਾਜਦੀਪ ਜੀ, ਸਵਾਲ ਇਹ ਹੈ ਬਿਲਕੁਲ ਕਿ ਨਾ ਤਾਂ ਕਿਸੇ ਸਰਕਾਰ ਨੇ ਵੈਟ ਘਟਾਇਆ, ਉਲਟਾ ਵਧਾਇਆ ਹੈ। ਪੈਟਰੋਲ ਡੀਜ਼ਲ ਦੀ ਕੀਮਤ ਕਿਸੇ ਨੇ ਨਹੀਂ ਘਟਾਈ, ਹੁਣ ਤੁਸੀਂ ਪੈਟਰੋਲ ਡੀਜ਼ਲ ਦੇ ਐਕਸਾਈਜ਼ ਡਿਊਟੀ ਘਟਾਈ ਨਹੀਂ, ਵਧਾਈ ਹੈ। ਐਕਸਾਈਜ਼ ਡਿਊਟੀ ਵਧਾਈ ਨਾ ਕੇਂਦਰ ਸਰਕਾਰ ਨੇ, ਉਸ ਤੋਂ ਬਾਅਦ ਹੁਣ ਇੱਕ ਸਪੈਸ਼ਲ ਐਕਸਾਈਜ਼ ਡਿਊਟੀ ਵਧਾਤੀ। 1 ਲੱਖ ਕਰੋੜ ਦੀ ਇਨਕਮ ਸਰਕਾਰ ਨੂੰ ਹੋਣੀ ਹੈ। ਜਿਹੜਾ ਲੋਕਾਂ ਦਾ ਹੱਕ ਬਣਦਾ ਸੀਗਾ, ਡੀਜ਼ਲ ਪੈਟਰੋਲ ਦੇ ਰੇਟ ਘਟਣੇ ਚਾਹੀਦੇ ਸੀਗੇ, 1 ਲੱਖ ਕਰੋੜ ਰੁਪਏ ਆਪਣਾ ਸਰਕਾਰ ਨੇ ਇਕੱਠਾ ਕਰ ਲਿਆ। ਉਹ ਚੋਂ ਕੁਝ ਦੇ ਦਿਓ ਤੁਸੀਂ, ਉਹ ਪੈਸਾ ਕਿੱਥੇ ਗਿਆ? ਸਰਕਾਰ ਬਿਲਕੁਲ ਹੀ ਕੰਗਾਲ ਆ। ਮੈਨੂੰ ਤਾਂ ਇਹੀ ਗੱਲ, ਸੂਬਿਆਂ ਨੇ ਆਪਣੇ ਵਧਾਲੇ ਟੈਕਸ, ਬਿਲਕੁਲ ਸ਼ਰਾਬ ਤੇ ਸੈਸ ਵਧਾਤਾ, ਕੋਵਿਡ ਸੈਸ ਲਾਤਾ, ਸਾਰੇ ਸੂਬਿਆਂ ਨੇ ਲਾਤਾ। ਠੀਕ ਹੈ, ਡੀਜ਼ਲ ਪੈਟਰੋਲ ਮਹਿੰਗਾ ਹੋ ਗਿਆ ਪੂਰੇ ਦੇਸ਼ ਦੇ ਵਿੱਚ, ਕੇਂਦਰ ਸਰਕਾਰ ਨੇ ਆਪਣਾ ਲਗਾਤਾ, ਸੂਬਿਆਂ ਨੇ ਆਪਣਾ ਲਗਾਤਾ ਹੈ। ਮਤਲਬ ਰਾਹਤ ਤਾਂ ਕੀ ਦੇਣੀ ਸੀ? ਹਰ ਪਾਸੇ ਲੋਕਾਂ ਨੂੰ ਦੇਖੋ, ਹਰ ਪਾਸੇ ਲੋਕਾਂ ਨੂੰ ਰਾਹਤ ਤਾਂ ਦਿੱਤੀ ਨਹੀਂ ਕਿਸੇ ਪਾਸਿਓਂ ਜੀ। ਹਰ ਪਾਸੇ ਲੋਕਾਂ ਨੂੰ ਚੁੰਡਿਆ ਗਿਆ ਬੁਰੀ ਤਰ੍ਹਾਂ। ਜੇ ਹੁਣ ਅਸੀਂ ਫੀਸਾਂ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਹੁਣ ਚਾਹੇ ਪੰਜਾਬ ਹਰਿਆਣਾ ਹਾਈ ਕੋਰਟ ਹੋਵੇ, ਕਿਉਂਕਿ ਪੱਖ ਹੀ ਨਹੀਂ ਰੱਖੇ ਗਏ। 70% ਕਹਿਤਾ ਕਿ ਸਾਰੀ ਕਹਿੰਦਾ। ਹੁਣ ਦੇਖੋ, ਆਮ ਬੰਦਾ ਕਿੱਥੇ ਜਾਊਗਾ? ਮਤਲਬ ਆਮ ਕੋਈ ਟੈਕਸੀ ਚਾਲਕ ਹੈ, ਕਿਸੇ ਕੋਈ ਇੱਕ ਅੱਧੀ ਗੱਡੀ ਹੈ, ਜਾਂ ਛੋਟੇ ਦੁਕਾਨਦਾਰ ਕਹਿ ਲਓ ਤੁਸੀਂ, ਆਮ ਜਿਹੜਾ ਬੰਦਾ ਹੈਗਾ ਜਿਹਦੀ ਸਾਲ ਦੀ 5 ਤੋਂ 6 ਲੱਖ ਦੀ ਇਨਕਮ ਹੈਗੀ ਹੈ, ਉਹ ਕਿੱਧਰ ਨੂੰ ਜਾਊਗਾ? 3 ਮਹੀਨੇ ਹੋ ਗਏ ਉਹਨੂੰ ਘਰੇ ਬੈਠੇ ਨੂੰ, ਕੰਮ ਕਾਰ ਠੱਪ ਨੇ ਜੀ। ਕੋਈ ਰਾਹਤ ਪੈਕ ਤੁਸੀਂ ਕੁਝ ਨਹੀਂ ਦਿੱਤਾ ਹੈਗਾ, ਨਗਦੀ ਰੂਪ ਤੁਸੀਂ ਕੁਝ ਨਹੀਂ ਦਿੱਤਾ। ਅੰਕੜੇ ਕੀ ਕਹਿ ਰਹੇ ਨੇ ਜਿਹੜਾ ਬੈਂਕਿੰਗ ਸੈਕਟਰ ਹੈ? ਕਿਉਂਕਿ ਅਸੀਂ ਦੇਖ ਰਹੇ ਹਾਂ ਕਿ 27 ਬੈਂਕ ਸੀਗੇ, 12 ਰਹਿ ਗਏ। ਕਦੋਂ ਤੱਕ ਇਸ ਤਰ੍ਹਾਂ? ਇਹ ਤਾਂ ਦੇਖੋ, ਬੈਂਕ ਮਰਜ ਹੋਈ ਜਾ ਰਹੇ ਨੇ, ਇਹ ਲੰਬਾ ਨਹੀਂ ਚੱਲਣਾ ਹੈਗਾ। ਮੈਂ ਅੱਜ ਅੰਕੜੇ ਦੀ ਉਹੀ ਦੇਖਦਾ ਪਿਆ ਸੀਗਾ, 17 ਤੋਂ 18 ਚ ਪਹਿਲਾਂ ਸਰਕਾਰ ਨੇ ਲੋਨ, 2014 ਸਰਕਾਰ ਆਈ, 2012-13 ਚ 63,000 ਕਰੋੜ ਦੇ ਲੋਨ ਵੰਡੇ ਗਏ ਜੀ। 13-14 ਚ 65,000 ਕਰੋੜ ਦੇ ਇੰਡਸਟਰੀ ਲੋਨ ਵੰਡੇ ਗਏ। 14-15 ਜਦ ਮੋਦੀ ਸਰਕਾਰ ਆਈ, 65,000 ਕਰੋੜ ਤੋਂ ਵੱਧ ਕੇ 1.5 ਲੱਖ, ਡਬਲ ਹੋ ਗਿਆ, 1.5 ਲੱਖ ਕਰੋੜ ਹੋ ਗਿਆ। ਅਗਲੇ ਸਾਲ 15-16 ਚ 1,60,000 ਕਰੋੜ, 16-17 ਚ 1,70,000 ਕਰੋੜ। ਹੁਣ ਜੇ ਆਪਾਂ ਬੈਂਕ ਫਰਾਡ ਦੀ ਗੱਲ ਕਰਦੇ ਹਾਂ, 17-18 ਚ 41,000 ਕਰੋੜ ਬੈਂਕ ਫਰਾਡ ਸੀਗਾ, 18-19 ਚ 71,000 ਕਰੋੜ ਬੈਂਕ ਫਰਾਡ ਹੋ ਗਿਆ। ਹੁਣ 14-15 ਦੇ ਵਿੱਚ 5200 ਬੈਂਕ ਫਰਾਡਸ ਹੋਏ ਨੇ। ਇਹ 7800 ਦੇ ਕਰੀਬ ਬੰਦਾ ਇਹਨਾਂ ਨੇ ਨਾਮਜ਼ਦ ਕੀਤਾ ਹੈ ਬੈਂਕਾਂ ਦੇ EMPLOYEE ਹੋਰ। ਤੇ ਦੇਖੋ, ਹੁਣ ਜਨਵਰੀ 2019 ਚ ਰਾਜਦੀਪ ਜੀ ਰਕਮਾਂ ਤੁਸੀਂ ਮਤਲਬ ਬੋਲ ਜਾਂਦੇ ਹੋ, ਤੇ ਜਦੋਂ ਇਹ ਹਜ਼ਾਰਾਂ ਕਰੋੜ, ਮੈਂ ਉਹਦੇ ਲਈ 71,000 ਕਰੋੜ ਰੁਪਈਆ, 71,000 ਕਰੋੜ ਸਾਡੇ ਦੇਸ਼ ਦਾ ਆਪਣੇ ਸਿਹਤ ਬਜਟ ਨਹੀਂ ਹੈਗਾ। 64,000 ਕਰੋੜ ਦਾ ਸਾਡਾ ਸਿਹਤ ਬਜਟ ਸਾਡੇ ਦੇਸ਼ ਦਾ। ਜਦੋਂ ਅਸੀਂ ਲੋਨ 71,000 ਕਰੋੜ ਰੁਪਈਆ ਸਾਡੇ ਬੈਂਕ ਫਰਾਡ ਹੋਇਆ। ਮਤਲਬ ਅਸੀਂ ਤਾਂ ਛੋਟੇ ਜਿਹੜੇ ਗੱਲ ਕਰਦੇ ਆ ਵਪਾਰੀਆਂ ਦੀ, ਜੇ ਸਾਰਾ ਮਾਫ ਕਰ ਦੋ ਤਾਂ ਵੀ ਨਹੀਂ ਰਕਮ ਬਣਨੀ ਹੈਗੀ। ਨਹੀਂ, ਮੈਂ ਕਹਿੰਦਾ ਸਾਡਾ ਦੇਸ਼ ਦਾ, ਜਿਹੜਾ ਸਾਡੇ ਦੇਸ਼ ਦਾ ਸਿਹਤ ਬਜਟ ਹੈ, ਉਹ 63 ਤੋਂ 64,000 ਕਰੋੜ ਦਾ
ਤੇ 71000 ਕਰੋੜ ਦਾ ਸਾਡੇ ਫਰਾਡ ਹੋਇਆ। 5200 ਤੁਸੀਂ ਦੱਸੇ ਨੇ ਕਿ ਫਰਾਡ ਹੋ ਗਿਆ। ਫਰਾਡ ਹੋਏ। ਤੇ ਹੁਣ ਦੇਖੋ ਕੀ ਕੀਤਾ ਸਰਕਾਰ ਨੇ, ਤੁਸੀਂ ਹੁਣ ਬੈਂਕਾਂ ਨੂੰ ਖੁੱਲ੍ਹ ਦਿੱਤੀ ਹੈ ਕਿ ਲੋਕਾਂ ਦਾ ਪੈਸਾ ਬੈਂਕ ਕਿਉਂ ਜਾੜਨ ਦੀ, ਉਹਨਾਂ ਨੂੰ ਕੀ ਅਧਿਕਾਰ ਆ ਬੈਂਕਾਂ ਦਾ ਲੋਕਾਂ ਦਾ ਪੈਸਾ ਜਾੜਨ ਦਾ। 2019 ਚ ਸੈਂਟਰਲ ਵਿਜੀਲੈਂਸ ਕਮਿਸ਼ਨ ਨੇ ਇੱਕ ਇਹਨਾਂ ਦਾ ਬੋਰਡ ਬਣਾਇਆ, ਬੈਂਕਿੰਗ ਫਰਾਡ ਦਾ ਬੋਰਡ ਬਣਾਇਆ। ਉਹਦੇ ਵਿੱਚ ਇਹਨਾਂ ਨੇ CBI ਮੈਂਬਰ ਵੀ ਪਾਇਆ, ED ਦਾ ਮੈਂਬਰ ਵੀ ਪਾਤਾ, ਸਾਰੇ ਮੈਂਬਰ ਪਾਤੇ। ਉਹ 'ਚ ਇਹਨਾਂ ਨੇ ਰਿਕਮੈਂਡ ਕੀਤਾ 2019 ਦੇ ਵਿੱਚ, ਪਹਿਲਾਂ ਹੁੰਦਾ ਸੀਗਾ 1 ਕਰੋੜ ਦੇ ਲੋਨ ਤੱਕ ਪਹਿਲਾਂ RBI ਕੋਲ ਜਾਂਦਾ ਸੀ, RBI ਹਾਂ ਦੇਖਦੀ CBI ਨੂੰ ਭੇਜਣਾ ਜਾਂ ਨਹੀਂ ਭੇਜਣਾ ਹੈਗਾ, RBI ਦਾ ਜੁਰੀਡਿਕਸ਼ਨ ਸੀਗੀ। ਫਿਰ ਇਹ 'ਚ CWC ਆ ਗਈ, ਉਹ ਕਹਿੰਦੇ ਅਸੀਂ ਦੇਖਾਂਗੇ 50 ਲੱਖ ਦੇ ਲੋਨ ਤੱਕ ਵੀ ਅਸੀਂ ਦੇਖ ਸਕਦੇ ਹਾਂ। CWC ਨੂੰ ਅਧਿਕਾਰ ਦੇ ਦਿੱਤਾ। ਇਹਨਾਂ ਨੇ ਜੋ ਰਿਕਮੈਂਡ ਕੀਤਾ ਵੀ 122 ਬੰਦੇ ਜਿਹੜੇ ਜਿਨ੍ਹਾਂ ਤੇ ਆਪਣੇ ਕ੍ਰਿਮੀਨਲ ਪ੍ਰੋਸੀਡਿੰਗ ਬਣਦੀ ਸੀਗੀ ਬੈਂਕ ਫਰਾਡਸ ਦੇ ਵਿੱਚ, ਉਹਨਾਂ ਨੂੰ ਨਾਮਜ਼ਦ ਨਾ ਕੀਤਾ ਜਾਵੇ, ਉਹਨਾਂ ਤੇ ਵੈਸੀ ਕਾਰਵਾਈ ਕਰ ਦਿੱਤੀ ਜਾਵੇ, ਕ੍ਰਿਮੀਨਲ ਕਾਰਵਾਈ ਨਾ ਕੋਈ ਹੋਵੇ, ਪ੍ਰੋਸੀਡਿੰਗ ਨਾ ਉਹਨਾਂ ਤੇ ਹੋਵੇ। ਮਤਲਬ ਸਰਕਾਰ ਨੇ ਬੈਂਕਾਂ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੂੰ ਬਚਾਉਣਾ ਸ਼ੁਰੂ ਕਰਤਾ। ਤੇ ਜਿਹੜੀ ਹੁਣ ਸਰਕਾਰ ਨੇ ਪਾਲਿਸੀ ਬਣਾਈ ਹੈ ਵੀ ਤੁਸੀਂ ਦਿਓ ਪੈਸਾ, ਅਸੀਂ ਬੈਂਕ ਵੀ ਸਰਕਾਰ ਦੀ ਜ਼ਿੰਮੇਵਾਰ ਪੁੱਛੂਗੀ ਨਾ CBI ਪੁੱਛੂਗੀ, ਇਹ ਨਾ ਕੈਗ ਪੁੱਛੂਗੀ, ਇਹ ਕਿਵੇਂ ਹੋ ਸਕਦਾ? ਫਿਰ ਤਾਂ ਪਹਿਲਾਂ ਹੀ ਇੰਨੇ ਫਰਾਡ ਹੋ ਗਏ, ਹੋਰ ਫਰਾਡ ਵਧਣਗੇ ਇਹਦੇ ਨਾਲ। ਇਹ ਤਾਂ ਬਹੁਤ ਜ਼ਿਆਦਾ ਫਰਾਡ ਵੱਧ ਜਾਣੇ ਆ। ਸਰਕਾਰ ਤਾਂ NPA ਨੂੰ ਲੋਨ ਦੇਣ ਦੀ ਸੋਚ ਰਹੀ ਹੈਗੀ ਹੈ ਵੀ NPA ਨੂੰ ਲੋਨ ਦਿਓ। ਸਰਕਾਰ ਇਹ ਚਾਹੁੰਦੀ ਕਿ ਇੱਕ ਵਾਰ ਪੈਸਾ ਫਲੋ ਚਲੇ ਜਾਵੇ ਮਾਰਕੀਟ ਦੇ ਵਿੱਚ, ਉਸ ਤੋਂ ਬਾਅਦ ਇਕਨੋਮੀ ਇੱਕ ਵਾਰ ਰੁੜ ਪਵੇ, ਫਿਰ ਬਾਅਦ ਦੇਖਾਂਗੇ ਕਿ ਬਾਅਦ ਚ ਬੈਂਕਾਂ ਦਾ ਜਿੱਥੇ 24 ਤੋਂ 12 ਬੈਂਕ ਹੋ ਗਏ, 26 ਤੋਂ 12 ਬੈਂਕ ਹੋ ਗਏ, 12 ਤੋਂ ਫਿਰ 6 ਰਹਿ ਜਾਣਗੇ। ਰਾਜਦੀਪ ਜੀ, ਹੁਣ ਤਾਂ ਬੈਂਕਾਂ ਵਾਲੇ ਲਿਖ ਕੇ ਦੇਣ ਲੱਗੇ ਕਿ ਅਸੀਂ 1 ਲੱਖ ਹੀ ਦੇ ਸਕਦੇ ਹਾਂ ਤੁਹਾਨੂੰ ਜੇ ਬੈਂਕ ਡੁੱਬਦਾ ਹੈ। ਸਾਡੇ ਸਾਹਮਣੇ PMC ਹੈ, ਜੈਸ ਬੈਂਕ ਦੀਆਂ ਐਗਜ਼ਾਮਪਲਾਂ ਆ ਰਹੀਆਂ ਨੇ ਕਿ ਲੋਕਾਂ ਦਾ ਪੈਸਾ ਬੈਂਕਾਂ 'ਚ ਸੁਰੱਖਿਅਤ ਨਹੀਂ, ਲੋਕ ਬਾਹਰ ਕਢਾਉਣ ਲੱਗੇ। ਸਰਕਾਰ ਕੀ ਕਰ ਰਹੀ ਹੈ? ਦੇਖੋ ਉਹੀ ਤਾਂ ਗੱਲ ਹੈ ਨਾ, ਬੈਂਕ ਸਰਕਾਰ ਕੋਲ ਪੈਸਾ ਨਹੀਂ ਹੈਗਾ, ਬੈਂਕਾਂ 'ਚ ਪੈਸਾ ਪਿਆ ਸਾਡਾ, ਉਹ ਇਹ ਕਹਿੰਦੇ ਵੰਡ ਦਿਓ। ਕਿਸੇ ਨੇ ਸਾਰੀ ਜ਼ਿੰਦਗੀ ਦੀ ਪੂੰਜੀ ਹੈ, ਕਿਸੇ ਦੀ ਪ੍ਰੋਵੀਡੈਂਟ ਫੰਡ ਹੈ, ਕਿਸੇ ਦੀ FDਆਂ ਪਈਆਂ ਸਾਰੀ ਜ਼ਿੰਦਗੀ, ਕਿਸੇ ਬੱਚਿਆਂ ਦੇ ਵਿਆਹ ਵਾਸਤੇ, ਐਜੂਕੇਸ਼ਨ ਵਾਸਤੇ, ਆਪਣੀ ਸਿਹਤ ਵਾਸਤੇ, ਹਰ ਬੰਦੇ ਦੀ ਕੋਈ ਪਲੈਨਿੰਗ ਹੈ, ਬੈਂਕਾਂ 'ਚ ਰੱਖੂਗਾ। ਘਰੇ ਕਹਿੰਦਾ ਤੁਸੀਂ 1.5 ਲੱਖ ਤੋਂ ਪਰ ਕੈਸ਼ ਨਹੀਂ ਰੱਖ ਸਕਦੇ, 2 ਲੱਖ ਤੋਂ ਬੰਦਾ ਪੈਸਾ ਕਿੱਥੇ ਰੱਖੇ ਜੀ? ਇਹ ਵੀ ਦੇਖ ਰਹੇ ਹਾਂ ਅਸੀਂ ਕਿ NPA ਨੂੰ, ਜਿਹੜੀ ਵੀ ਤੁਸੀਂ ਵੀ ਗੱਲ ਦੱਸੀ ਕਿ ਜਿਹੜੇ NPA ਚਲੇ ਗਏ, ਜਿਹੜੇ ਉਹ ਮਤਲਬ ਵਾਪਸ ਨਹੀਂ ਆਉਣੇ, ਡਿਫਾਲਟਰ ਹੋ ਗਏ, ਉਹਨਾਂ ਨੂੰ ਫੇਰ ਮਤਲਬ ਇਹ ਕੀ ਗਰੰਟੀ ਹੈ ਕਿ ਜਦੋਂ ਤੁਸੀਂ ਉਹਨਾਂ ਨੂੰ ਦੁਬਾਰਾ ਲੋਨ ਦਵੋਗੇ ਤੁਹਾਨੂੰ ਵਾਪਸ ਮੋੜਨਗੇ? ਜਿਹੜੇ ਪਹਿਲਾਂ ਹੀ ਡਿਫਾਲਟਰ ਹੋ ਗਏ, ਜਿਹੜੇ ਪਹਿਲਾਂ ਹੀ ਹੱਥ ਚੱਕ ਗਏ। ਪਹਿਲਾ ਮੁੱਦਾ ਇਹ ਹੈ ਵੀ ਫਟਾਫਟ ਪੈਸਾ ਵੰਡਿਆ ਜਾਵੇ, ਇੱਕ ਵਾਰ ਇਕਨੋਮੀ ਰੁੜ ਪਵੇ, ਲੋਕਾਂ 'ਚ ਪਰਚੇਜ਼ਿੰਗ ਪਾਵਰ ਆ ਜਾਵੇ, ਮਾਰਕੀਟ ਡਿਮਾਂਡ ਵੱਧ ਜਾਵੇ, ਉਸ ਤੋਂ ਅਗਲਾ ਰਾਹ ਦੇਖਾਂਗੇ ਫਿਰ ਕੀ ਹੁੰਦਾ। ਪੈਸਾ ਤਾਂ ਲੋਕਾਂ ਦਾ ਹੀ ਹੈ ਨਾ, ਲੋਕਾਂ ਨੂੰ ਵੰਡਣਾ। ਤੇ ਜਿਹੜਾ ਸਰਕਾਰ ਨੇ ਦੇਤਾ ਵੀ ਕੱਟ ਲਓ ਚੱਕਰ ਲਓ, ਪਰ ਉਹ ਤਾਂ ਘਰਾਣਿਆਂ ਕੋਲ ਜਾਣਾ ਨਾ ਪੈਸਾ, ਤਾਂ ਅਸਲ ਦੇ ਵਿੱਚ ਜਿਹੜਾ ਇਹ ਲੋਨ ਨੇ ਇਹ ਵੱਡੇ ਜਾਣਾ, ਛੋਟੇ ਘਰਾਣਿਆਂ ਕੋਲ ਜਾਣਾ, ਹਰ ਕਿਸੇ ਕੋਲ ਜਾਣਾ। ਪਰ ਪੈਸਾ ਇਸ ਤਰ੍ਹਾਂ ਥੋੜੀ ਕਿ ਬਿਨਾਂ ਤੁਸੀਂ ਨਿਰਖ ਪਰਖ ਦੇ ਦੋਗੇ ਲੋਕਾਂ ਦਾ ਪੈਸਾ। ਐਂ ਤਾਂ ਕਿੱਦਾਂ ਦੇ ਦੋਗੇ ਪੈਸਾ ਲੋਕਾਂ ਦਾ ਜੀ? ਤੁਸੀਂ ਲੋਕਾਂ ਨੂੰ ਕਹਿੰਦੇ ਤੁਹਾਡਾ ਅਸੀਂ ਪੈਸਾ ਦੇ ਰਹੇ ਹਾਂ, ਜੇ ਘਟਾਉਣਾ ਚਾਹੁੰਦੇ ਬੈਂਕਾਂ 'ਚ ਘਟਾ ਲਓ, ਸਾਰੇ ਬੈਂਕ ਖਾਲੀ ਹੋ ਜਾਣਗੇ। ਤੁਹਾਨੂੰ ਲੱਗਦਾ ਕਿ ਜਿਹੜੇ ਐਡੇ ਵੱਡੇ ਜਿਹੜੀ ਰਕਮਾਂ ਤੁਸੀਂ ਦੱਸ ਰਹੇ ਹੋ, 5200 ਬੈਂਕ ਜਿਹੜੇ ਘੁਟਾਲੇ ਹੋ ਗਏ, ਫਰਾਡ ਹੋ ਗਏ, 71000 ਕਰੋੜ ਦੇ ਘੁਟਾਲੇ ਹੋ ਗਏ, ਇਹਦੇ ਲਈ ਮਤਲਬ ਜ਼ਿੰਮੇਵਾਰ ਕੌਣ ਹੈ? ਤੇ ਬਿਨਾਂ ਕਿਸੇ ਸਰਕਾਰਾਂ ਦੀ ਮਿਲੀ ਭੁਗਤ ਤੋਂ, ਬਿਨਾਂ ਕਿਸੇ ਵੱਡੇ ਮੰਤਰੀਆਂ ਦੀ ਮਿਲੀ ਭੁਗਤ ਤੋਂ, ਵੱਡੇ ਘਰਾਣਿਆਂ ਦੀ ਮਿਲੀ ਭੁਗਤ ਤੋਂ ਇਹ ਸੰਭਵ ਨਹੀਂ ਇਹ ਗੱਲ। ਬਦਕਿਸਮਤੀ ਇਹੀ ਹੈ, ਉਹ ਸਰਕਾਰ ਹੁਣ ਇਹੀ ਕਾਨੂੰਨ ਬਣਾਉਣ ਜਾ ਰਹੀ ਹੈ ਵੀ ਜ਼ਿੰਮੇਵਾਰ ਕੋਈ ਨਹੀਂ ਹੈਗਾ। ਇਦਾਂ ਕਿਵੇਂ ਹੋਊਗਾ? ਕਿਸੇ ਦਾ ਕੋਈ ਕਿਸੇ ਨੂੰ 100 ਰੁਪਏ ਦੇ ਕੇ ਨਹੀਂ ਦੇ ਦਿੰਦਾ ਕੋਈ ਕਿਸੇ ਨੂੰ ਬਿਨਾਂ ਗਰੰਟੀ ਤੋਂ? ਤੁਸੀਂ ਕਹਿੰਦੇ ਲੱਖਾਂ ਕਰੋੜ ਰੁਪਏ ਵੰਡ ਦਿਓ, ਉਹ ਜ਼ਿੰਮੇਵਾਰੀ ਕਿਹਦੀ ਹੈ? ਸਰਕਾਰ ਦੀ। ਸਰਕਾਰ ਕਿਹਨੂੰ ਫੜੂਗੀ ਜੀ? ਕੱਲ ਸਰਕਾਰ ਬਦਲ ਗਈ ਤੇ ਨਵੀਂ ਸਰਕਾਰ ਆ ਗਈ ਹੈ, ਤੇ ਕੌਣ ਜ਼ਿੰਮੇਵਾਰ ਹੋਊ ਉਸ ਪੈਸੇ? ਸਿਰਫ ਐਲੀਗੇਸ਼ਨ ਹੁੰਦੇ ਨੇ ਕਿ ਇਹਨਾਂ ਨੇ ਆ ਦਿੱਤਾ ਤੇ ਪੈਸਾ ਲੋਕਾਂ ਦਾ ਖਰਾਬ ਹੋ ਜਾਣਾ ਸਾਰਾ, ਬੈਂਕਿੰਗ ਸਿਸਟਮ ਸਾਡਾ ਡੁੱਬ ਜਾਣਾ ਜੀ। ਬੈਂਕਿੰਗ ਸਿਸਟਮ ਸਾਰਾ ਕਰਪਟ ਹੋ ਗਿਆ। ਦੇਖੋ ਫਿਰ ਕੀ ਦੇਸ਼ ਦੇ ਹਾਲਾਤ ਕੀ ਹੋਣਗੇ ਜੀ। ਇਹ ਜਿਹੜੀ ਗੱਲ ਅਸੀਂ ਸ਼ੁਰੂਆਤ ਕੀਤੀ ਹੈ ਕਿ ਦੁਕਾਨਦਾਰ ਨੇ, ਛੋਟੇ ਕਾਮੇ ਨੇ, ਜਿਹੜੇ ਹਰ ਰੋਜ਼ ਕਮਾਉਂਦੇ ਨੇ, ਉਹਨਾਂ ਵਾਸਤੇ ਦੇਖੋ ਮੈਂ ਉਹੀ ਗੱਲ ਕਰਦਾ ਪਿਆ, ਇਹਨਾਂ ਵਾਸਤੇ ਸਰਕਾਰ ਨੂੰ ਕੋਈ ਡਿਜ਼ਾਸਟਰ ਫੰਡ ਨਹੀਂ ਸੀ ਸਰਕਾਰ ਦੇ ਕੋਲ। ਕੁਛ ਤਾਂ ਰਾਹਤ ਦਿੰਦੇ, ਜਿੱਥੇ 10 ਲੱਖ ਤੱਕ ਹਾਊਸਿੰਗ ਲੋਨ ਆ, ਇਟ ਮੀਨਸ ਉਹ 100 ਗਜ ਦੇ ਘਰ 'ਚ ਰਹਿ ਰਿਹਾ ਜੀ, 150 ਗਜ ਦੇ ਘਰ 'ਚ ਰਹਿ ਰਿਹਾ, ਕਿਉਂ ਆ ਮੱਧਮ ਵਰਗ ਦਾ ਬੰਦਾ ਹੈਗਾ, ਠੀਕ ਹੈ, ਜਿਹਦੇ 100 ਗਜ ਦਾ ਘਰ ਆ, ਜਿਹਦੇ ਕੋਲ ਜਾਂ ਜਿਹਦੇ ਕੋਲ ਮੋਟਰਸਾਈਕਲ ਹੈਗਾ, ਸਰਕਾਰ ਕੋਲ ਸਾਰਾ ਡਾਟਾ ਹੈਗਾ, ਸਾਡੇ ਕੋਲ ਪੈਨ ਨੰਬਰ, ਆਧਾਰ ਨੰਬਰ, ਹਰ ਚੀਜ਼ ਦੀ ਅਕਾਊਂਟ ਦੀ ਸਾਡੇ ਕੋਲ ਡਿਟੇਲਸ ਆ। ਤੁਸੀਂ ਉਸ ਹਿਸਾਬ ਨਾਲ ਕੋਈ ਨੀਤੀ ਤਾਂ ਬਣਾਓ ਵੀ ਕਮ ਸੇ ਕਮ ਕਿਸੇ ਨੂੰ ਕੁਛ ਤਾਂ ਰਾਹਤ ਦਿਓ। 3 ਮਹੀਨੇ ਦੀ ਰਾਹਤ ਦੇ ਦਿਓ। ਤੁਸੀਂ 20 ਲੱਖ ਕਰੋੜ ਵੰਡਣ ਦੀ ਗੱਲ ਕਰਦੇ ਪਏ ਹੋ, ਤੇ ਕੋਈ ਕੁਛ ਨਹੀਂ ਬਣਨਾ, ਤਾਂ 1.5-2 ਲੱਖ ਕਰੋੜ ਸਾਰਾ ਬਣਨਾ ਸਾਡੇ ਦੇਸ਼ ਦਾ। ਤੁਸੀਂ 20 ਲੱਖ ਕਰੋੜ ਦੀ ਗੱਲ ਕਰਦੇ ਪਏ ਹੋ। ਸਰਕਾਰ ਨੇ ਅਸਲ 'ਚ ਕੋਈ ਰਾਹਤ ਹੀ ਨਹੀਂ ਹੈ ਕਿਸੇ ਨੂੰ। ਤੁਸੀਂ ਆਪਣੀ ਜਿਹੜਾ ਯੁੱਧ ਆ, ਤੁਹਾਡੀ ਜ਼ਿੰਦਗੀ ਦਾ, ਤੁਹਾਡੀ ਲੜਾਈ ਹੈ, ਇਹ ਤੁਹਾਨੂੰ ਆਪਣੇ ਦਮ ਤੇ ਲੜਨੀ ਪੈਣੀ ਹੈ ਬਸ। ਇੱਕ ਪਾਸੇ ਤਾਂ ਨੌਕਰੀਆਂ ਜਾ ਰਹੀਆਂ ਲੋਕਾਂ ਦੀਆਂ, ਅਨਐਮਪਲੋਇਮੈਂਟ ਹੋ ਰਹੀ ਹੈ, ਦੂਜੇ ਪਾਸੇ ਜਿਹੜਾ ਹੁਣ ਇਹ 6 ਮਹੀਨੇ ਵਾਲਾ ਵਿਆਜ ਹੈ, ਜਦੋਂ ਹੁਣ ਆ ਸਿਸਟਮ ਠੀਕ ਹੋਣਾ, 31 ਅਗਸਤ ਤੱਕ ਦੀ ਡੇਟ ਚਲੋ ਦੇਤੀ, ਉਹ ਤੋਂ ਬਾਅਦ ਫੇਰ ਕਿਸ਼ਤਾਂ ਸ਼ੁਰੂ ਹੋਣੀਆਂ, ਉਹ ਐਡਾ ਵੱਡਾ ਵਿਆਜ ਭਰਨਾ, ਕਿਸ਼ਤ ਤਾਂ ਮਸੋ ਭਰ ਹੁੰਦੀ ਸੀ ਲੋਕਾਂ ਤੋਂ, ਪਰਚੇਜ਼ਿੰਗ ਪਾਵਰ ਲੋਕਾਂ ਦੀ ਘਟ ਗਈ, ਕਮਾਈ ਦੇ ਸਾਧਨ ਘਟ ਗਏ, ਉੱਪਰੋਂ ਕੋਈ ਰਾਹਤ ਕਾਹਦੀ ਰਾਹਤ ਹੈ? ਇਹ ਕੋਈ ਵੀ ਕੋਈ ਰਾਹਤ, ਮਾਲੀ ਹਾਲਤ ਲੋਕਾਂ ਦੀ ਬਹੁਤ ਵੱਧ ਤੋਂ ਬੱਤਰ ਹੋਈ ਹੈ, ਤੇ ਇਹ ਮੈਨੂੰ ਲੱਗਦਾ ਸਾਰਾ ਸਿਸਟਮ ਕਲੈਪਸ ਕਰ ਜੂਗਾ ਜੇ ਇਹੀ ਹਾਲਾਤ ਰਹੇ ਤਾਂ। ਸਹੀ ਕੋਈ ਨੀਤੀ ਨਾ ਬਣਾਈ ਗਈ ਤਾਂ ਲੋਕ ਸਿਸਟਮ ਕਲੈਪਸ ਹੀ ਕਰੂਗਾ ਜੀ, ਫਿਰ ਲੋਕੀ ਡਿਫਾਲਟਰ ਹੋਣਗੇ, ਕਿਸੇ ਨੂੰ ਸਿਬਲ ਕੱਢੋਗੇ, ਇਹੀ ਕੁਝ ਕਰੋਗੇ, ਉਹ ਉਹਨਾਂ ਕੋਲ ਹੋਣੇ ਨਹੀਂ, ਕਿੱਥੇ ਦਊਗਾ ਅਗਲਾ ਪੈਸਾ ਜੀ ਤੁਹਾਨੂੰ? ਤੁਸੀਂ ਕੁਝ ਤਾਂ ਸੋਚੋ ਨਾ, ਤੁਸੀਂ ਜੋ ਬਣਾਤਾ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਔਖੇ ਹੋਣ ਵਾਲੇ ਨੇ ਰਾਜਦੀਪ ਜੀ, ਔਖਿਆਈ ਬਿਲਕੁਲ ਔਖੇ ਹੋਣ ਵਾਲੇ ਨਹੀਂ।
ਜੇ ਕੋਈ ਬੈਂਕਾਂ 'ਚੋਂ ਪੈਸਾ ਜੇ ਰਿਜ਼ਰਵ ਫੰਡ ਨਿਕਲ ਗਿਆ, ਬੈਂਕਾਂ 'ਚੋਂ ਲੋਨਸ ਦੇ ਵਿੱਚ ਚਲਿਆ ਗਿਆ, ਤਾਂ ਬੈਂਕਾਂ ਕੋਲ ਰਿਜ਼ਰਵ ਫੰਡ ਨਹੀਂ ਰਹਿਣੇ ਹੈਗੇ, ਕੱਲ੍ਹ ਨੂੰ ਤੁਹਾਡਾ ਪੈਸਾ ਸਿਕਿਉਰ ਨਹੀਂ ਹੈਗਾ। ਦੇਖੋ ਆਰਥਿਕਤਾ ਕਿੱਧਰ ਨੂੰ ਜਾ ਰਹੀ ਹੈ ਦੇਸ਼ ਦੀ। ਤੁਸੀਂ ਆਰਥਿਕਤਾ ਵਧਾਉਣ ਦੀ ਗੱਲ ਕਰਦੇ ਪਏ ਹੋ, ਮਤਲਬ ਤੁਸੀਂ ਕੋਈ ਢੰਗ ਨਾਲ ਵਧਾਓ ਨਾ। ਤੁਸੀਂ ਪੈਸਾ ਵੰਡ ਰਹੇ ਹੋ ਵੀ ਜਿਹਨੂੰ ਮਰਜ਼ੀ ਵੰਡ ਦਿਓ, ਇਸ ਤਰ੍ਹਾਂ ਨਹੀਂ ਚਾਹੀਦਾ। ਕੋਈ ਹਿਸਾਬ ਨਾਲ ਨੀਤੀ ਬਣਾਉਣ, ਕੋਈ ਜ਼ਿੰਮੇਵਾਰੀ ਤਾਂ ਕਿਸੇ ਦੀ ਹੋਵੇ ਨਾ। ਕੋਈ ਤੁਸੀਂ ਵੱਡੇ ਵੱਡੇ ਇੰਡਸਟਰੀਜ਼ ਨੂੰ ਵੰਡ ਦੋਗੇ ਪੈਸਾ, ਉਹ ਫਿਰ NPA ਦਾਇਰ ਕਰ ਦੇਣਗੇ ਆਪਣੀ ਕੰਪਨੀ ਲਾ ਬੋਰਡ ਜਾਣਗੇ, ਉੱਥੇ ਆਪਣਾ ਕੇਸ ਦਾਇਰ ਕਰ ਦੇਣਗੇ ਵੀ ਅਸੀਂ ਤਾਂ ਡਿਫਾਲਟਰ ਹੋ ਗਏ, ਬਿਲਕੁਲ ਅਸੀਂ ਡਿਫਾਲਟਰ ਹੈਗੇ ਆ, ਸਾਡੇ ਕੋਲ ਹੈ ਨਹੀਂ ਹੈ। ਤੇ ਪੈਸਾ ਲੋਕਾਂ ਦਾ ਮਰਨਾ ਨਾ। ਤੁਹਾਡਾ ਮੇਰਾ ਜਿਹੜਾ ਸੇਵਿੰਗਸ ਬੈਂਕਾਂ ਦੇ ਵਿੱਚ ਪਈਆਂ ਨੇ ਆਮ ਜਨਤਾ ਦੀਆਂ, ਆਮ ਗੱਲ ਤਾਂ ਜ਼ਰੂਰਤ ਸੀਗੀ ਆਮ ਜਨਤਾ ਨੂੰ ਰਾਹਤ ਦੇਣ ਦੀ, ਉਹ ਕਿਸੇ ਪੱਖ ਤੋਂ ਮੈਨੂੰ ਨਹੀਂ ਲੱਗਦਾ ਵੀ ਲੋਕਾਂ ਨੂੰ ਕੋਈ ਰਾਹਤ ਮਿਲੀ ਹੈਗੀ ਹੈ। ਜੀ ਜੀ, ਵੋਟਾਂ ਜਿਹੜੀਆਂ ਆਮ ਲੋਕਾਂ ਦੇ ਲਈ ਜਾਂਦੀਆਂ ਨੇ ਸਰਕਾਰਾਂ ਬਣਾਉਣ ਦੇ ਲਈ, ਜਦੋਂ ਫਾਇਦਾ ਦੇਣ ਦੀ ਗੱਲ ਹੁੰਦੀ ਹੈ ਤਾਂ ਘਰਾਣੇ ਨੂੰ ਫਾਇਦਾ ਮਿਲਦਾ। ਗੱਲ ਤਾਂ ਸਰਕਾਰਾਂ ਕੋਲ ਹੁੰਦਾ ਹੀ ਕੱਖ ਨਹੀਂ ਹੈਗਾ ਜੀ। ਸਰਕਾਰਾਂ ਤੋਂ ਕੁਛ ਹੁੰਦਾ ਨਹੀਂ ਹੈਗਾ। ਸਰਕਾਰਾਂ ਝੂਠ ਬੋਲਦੇ ਨੇ। ਰੇਲ ਪਟਰੀਆਂ ਦੀ ਗੱਲ ਹੁੰਦੀ ਹੈ ਵੀ ਇੰਨੇ ਟ੍ਰੇਨਾਂ ਚਲਾ ਦਾਂਗੇ, ਬੁਲਟ ਟ੍ਰੇਨ ਚਲਾ ਦਾਂਗੇ, ਫਲਾਣਾ ਚਲਾ ਦਾਂਗੇ, ਸੜਕਾਂ ਬਣ ਜਾਣਗੀਆਂ। ਇੱਥੋਂ ਲੈ ਕੇ ਦਿੱਲੀ ਤੱਕ 6 ਟੋਲ ਟੈਕਸ ਨੇ। ਤੁਸੀਂ ਕਾਰਾਂ ਉੱਪਰ ਟੈਕਸ ਦਿੰਦੇ ਹੋ, ਮੋਟਰਸਾਈਕਲ ਖਰੀਦਦੇ ਹੋ ਤੁਸੀਂ ਸਪੈਸ਼ਲ ਰੋਡ ਟੈਕਸ ਦਿੰਦੇ ਹੋ, ਸਪੈਸ਼ਲ ਰੋਡ ਟੈਕਸ ਦਿੰਦੇ ਹੋ, ਤੁਸੀਂ ਤੁਹਾਡੇ ਉੱਪਰ ਲੱਗਦਾ। ਉਹ ਕਿਸ ਚੀਜ਼ ਦਾ ਟੈਕਸ ਲੈ ਰਹੇ ਹੋ ਤੁਸੀਂ? ਦਿੱਲੀ ਤੱਕ 800-900 ਰੁਪਏ ਤੁਹਾਡਾ ਲੁਧਿਆਣੇ ਤੋਂ ਦਿੱਲੀ ਟੋਲ ਦਾ ਲੱਗ ਜਾਂਦਾ। ਬਿਲਕੁਲ, ਹੱਥੋਂ ਤੋਂ ਟੋਲ ਲੱਗੇ ਹੋਏ ਨੇ। ਹਰ ਪਾਸੇ ਸਰਕਾਰ ਲੁੱਟੀ ਜਾ ਰਹੀ ਹੈ ਲੋਕਾਂ ਨੂੰ। ਜਦੋਂ ਤੁਸੀਂ ਕਹਿੰਦੇ ਹੋ ਕਿ ਇੱਕ ਟੈਕਸ ਹੋਏਗਾ ਸਾਰੇ ਦੇਸ਼ ਦੇ ਵਿੱਚ, ਉਦੋਂ ਤੁਸੀਂ ਫਿਰ ਪੈਟਰੋਲ ਡੀਜ਼ਲ ਨੂੰ ਬਾਹਰ ਰੱਖ ਦਿੰਦੇ ਹੋ, ਸ਼ਰਾਬ ਨੂੰ ਤੁਸੀਂ ਬਾਹਰ। ਕਿੰਨੀ ਇਨਕਮ ਸਰਕਾਰ 30,000 ਕਰੋੜ ਦੀ ਪਹਿਲਾਂ ਵਧਾ ਗਈ, 1 ਲੱਖ ਕਰੋੜ ਦਾ ਹੁਣ ਫਾਇਦਾ ਲੈ ਗਈ। 1,30,000 ਕਰੋੜ ਦਾ ਇਕੱਲੇ ਡੀਜ਼ਲ ਪੈਟਰੋਲ 'ਚੋਂ ਸਰਕਾਰ ਫਾਇਦਾ ਲੈ ਗਈ, ਤੇ ਪ੍ਰਤੀ ਬੈਰਲ ਜਿਹੜਾ ਰੇਟ ਘਟਿਆ ਹੈਗਾ, ਤੇ ਉਹੀ ਰਾਹਤ ਦੇ ਦਿੰਦੇ ਲੋਕਾਂ ਨੂੰ। ਤੁਸੀਂ ਥੋੜੇ ਮੈਂ ਤਾਂ ਮੈਨੂੰ ਇੱਕ ਗੱਲ ਅੱਜ ਤੱਕ ਸਮਝ ਨਹੀਂ ਆਈ, ਇਹਨਾਂ ਦੇ ਘਾਟੇ ਕਦੋਂ ਪੂਰੇ ਹੋਣਗੇ? ਬਿਲਕੁਲ, ਇਹ ਕਹਿੰਦੇ ਸਾਡਾ ਘਾਟਾ ਪੂਰਾ ਹੁੰਦਾ, ਸਾਨੂੰ ਸੁਣਦੇ 30-40 ਸਾਲ ਹੋ ਗਏ ਵੀ ਘਾਟੇ ਪੂਰੇ ਕਰ ਰਹੀ ਸਰਕਾਰ। ਲੋਕਾਂ ਨੂੰ ਰਾਹਤ ਕਿਉਂ ਦਿੱਤੀ? ਘਟਾਏ ਨਹੀਂ ਹੈਗੇ, ਆਪਣਾ ਬਜਟ ਨੇ ਵਧਾ ਲਿਆ ਜੀ ਇਹਨਾਂ ਨੇ। ਜਿਹੜਾ ਦਿੱਲੀ ਦਾ ਰਹਿਣ ਸਹਿਣ ਦਾ ਖਰਚਾ, MPs ਹੋਰ ਦਾ ਸਾਰਾ ਇਹਨਾਂ ਦਾ ਹੈਗਾ, ਜਿਹਨੇ ਬਲਾਕਸ ਨੇ, ਨਾਰਥ ਬਲਾਕ, ਸਾਊਥ ਬਲਾਕ ਇੰਪਲੋਈਜ਼ ਦਾ ਖਰਚਾ, ਬਜਟ ਆ ਜਿਹੜਾ ਇਹ ਆਪਣੇ 700 ਕਰੋੜ ਰੁਪਏ ਕਰ ਲਿਆ ਇਹਨਾਂ ਨੇ। ਜਿਹੜੀ ਇਸ ਬਜਟ ਦੇ ਵਿੱਚ ਰੱਖੀ ਇਹਨਾਂ ਨੇ ਤਜਵੀਜ਼, ਉਹ 700 ਕਰੋੜ ਰੱਖੀ, ਪਹਿਲਾਂ 450 ਕਰੋੜ ਸੀ। 300-400 ਕਰੋੜ ਰੁਪਏ ਉਹਦੇ 'ਚ ਵਧਾ ਲਿਆ ਤੁਸੀਂ। 4.5 ਲੱਖ ਕਰੋੜ ਰੁਪਏ ਸਾਲ ਦਾ ਖਰਚਾ ਸਰਕਾਰੀ ਇੰਪਲੋਈਆਂ ਦਾ, ਸੈਂਟਰਲ ਗਵਰਨਮੈਂਟ ਇੰਪਲੋਈਆਂ ਦਾ 4.5 ਲੱਖ ਕਰੋੜ ਦਾ। ਉਹਦੀ ਹੁਣ ਇਹਨਾਂ ਨੇ ਵਧਾ ਕੇ 4.5 ਲੱਖ ਕਰੋੜ, ਮੇਰੇ ਖਿਆਲ 5.6 ਲੱਖ ਕਰੋੜ ਕੀਤਾ ਹੈਗਾ। ਉਹਦੇ 'ਚ 1.25 ਲੱਖ ਕਰੋੜ ਦਾ ਵਾਧਾ ਕੀਤਾ ਇਹਨਾਂ ਨੇ। ਤੁਸੀਂ ਆਪਣੇ ਤਾਂ ਹਰ ਪਾਸੇ ਪੈਸੇ ਚੁੰਡੀ ਜਾਂਦੇ ਹੋ। ਜਨਤਾ ਦਾ ਟੈਕਸ, ਜਨਤਾ ਦਾ ਪੈਸਾ, ਠੀਕ ਹੈ, ਉਹ ਭਿਖਾਰੀ ਬਣਾਤੀ ਤੁਸੀਂ ਆਪ ਰਾਜੇ ਬਣ ਗਏ ਹੋ। ਸੋ ਬਹੁਤ ਵੱਡੀ ਗੱਲ ਹੈ। ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ ਗੱਲਬਾਤ ਕਰਨ ਦੇ ਲਈ। ਸੋ ਸਰਕਾਰਾਂ ਕਿਸ ਤਰ੍ਹਾਂ ਕੰਮ ਕਰਦੀਆਂ ਨੇ, ਕਿਸ ਤਰ੍ਹਾਂ ਸੋਚਦੀਆਂ ਨੇ, ਹੁਣ ਤੁਹਾਡੇ ਸਾਹਮਣੇ ਹੀ ਹੈ ਕਿ ਬੈਂਕਿੰਗ ਫਰਾਡ ਕਿੰਨੇ ਹੋ ਰਹੇ ਨੇ। NPA ਦੇ ਵਿੱਚ ਹਜ਼ਾਰਾਂ ਕਰੋੜ ਜਾ ਰਿਹਾ ਹੈ, ਪਰ ਜਦੋਂ ਆਮ ਨਾਗਰਿਕ ਦੀ ਗੱਲ ਹੁੰਦੀ ਹੈ, ਆਮ ਸ਼ਹਿਰੀ ਦੀ ਗੱਲ ਹੁੰਦੀ ਹੈ ਕਿ ਉਹਨਾਂ ਨੂੰ ਕੋਈ ਰਾਹਤ ਮਿਲ ਜਾਵੇ, ਤਾਂ ਉਹਨਾਂ ਨੂੰ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦਿੰਦੀ ਹੈਗੀ। ਦੇਖਣਾ ਹੋਏਗਾ ਸਰਕਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕਰਦੀਆਂ ਨੇ। ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ, ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।